ਪਰਲੇ ਕੁਛ ਨਹੀਂ ਸੀਗਾ, ਤਾਂ ਚੁੱਪ ਕਰ ਗਿਆ। ਹੁਣ ਚੁੱਪ, ਹੁਣ ਗਾਹਾਂ ਕਰਾਉਣ ਨਾ ਚੁੱਪ। ਜਿਹੜਾ ਪਿੱਛੇ ਬੋਲਦਾ ਪਾਣੀ ਆਉਂਦਾ ਸਿਰ ਤੇ ਉੱਤੇ ਦੀ, ਹਿਮਾਲਿਆ ਦੇ ਉੱਤੇ ਦੀ ਆਉਂਦਾ ਪਾਣੀ, ਪਿੱਛੇ ਹੋਰ ਅਜੋ ਹਿਮਾਲਿਆ ਦੇ ਉੱਤੇ ਦੀ ਆਉਂਦਾ ਪਾਣੀ। ਇਹ ਤਾਂ ਸ਼ੁਰੂ ਹੋਇਆ ਲੀਕ ਹੋਣ ਵਾਲਾ ਜਿਹਾ। ਦੇਖਣਾ ਕਿਹੜੇ ਕਿਹੜੇ ਕੂਚੇ ਨੇ ਜਿਹੜੇ ਰਹਿ ਜਾਣਗੇ ਡੁੱਬਣ ਤੇ। ਇਹ ਤਾਂ ਸਭ ਤੋਂ ਨੀਵੀਂ ਜਗ੍ਹਾ ਹੈ। ਅਜੋ ਅਨੰਦਪੁਰ ਸਾਹਿਬ ਵਾਲਾ ਥਾਂ ਉੱਚਾ, ਉਹਨਾਂ ਨੇ ਪਹਿਲੇ ਉੱਚਾ ਰੱਖਿਆ ਹੋਇਆ, ਉਹ ਸਿਆਣੇ ਸੀਗੇ। ਇਹ ਨੀਵਾਂ ਮਨਮੁਖਾਂ ਨੂੰ ਦਿੱਤਾ ਹੋਇਆ, ਤਾਂ ਹੀ ਪੰਜਵੇਂ ਪਾਤਸ਼ਾਹ ਛੱਡ ਗਏ ਸੀ ਇਹਨੂੰ। ਚਲ ਸੱਸੇ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਸੱਸੇ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਸੱਸੇ ਸੰਜਮ ਗਇਓ ਮੂੜੇ, ਗਇਓ ਮੂੜੇ। ਸੰਜਮ ਸੀ ਜਿਹੜਾ ਤੇਰਾ ਚਲਿਆ ਗਿਆ। ਸੰਜਮ ਹੁੰਦਾ ਹੈ ਘੱਟ ਖਰਚ ਕਰਨਾ, ਜ਼ਿਆਦਾ ਕਮਾਉਣਾ, ਕਿਸੇ ਥੋੜੀ ਚੀਜ਼ ਤੋਂ ਜ਼ਿਆਦਾ ਲਾਹਾ ਲੈਣਾ, ਜੀਵਨ ਦੇ ਥੋੜੇ ਸਮੇਂ ਤੋਂ ਜ਼ਿਆਦਾ ਲਾਹਾ ਲੈਣਾ, ਇਹ ਸੰਜਮ ਹੁੰਦਾ। ਜਿਹੜਾ ਇੱਕ ਮੁੱਠੀ ਚਣਿਆਂ ਨਾਲ ਸਾਰੀ ਦਿਹਾੜੀ ਕੱਢਦਾ ਸੀ ਮੁੰਡਾ, ਉਹ ਕੀ ਕਰਦਾ ਸੀ? ਇੱਕ ਦਾਣਾ ਮੂੰਹ 'ਚ ਪਾ ਕੇ ਬਹੁਤ ਦੇਰ ਤੱਕ ਚੱਪੀ ਜਾਂਦਾ ਸੀ। ਉਹ ਦਾਣਾ ਬਹੁਤ ਦੇਰ ਤੱਕ ਪਾਣੀ ਬਣਾ ਕੇ ਨਿਗਾਰਦਾ ਸੀ। ਉਹ ਸੰਜਮ ਸੀ। ਘੱਟ ਸਮੇਂ 'ਚ ਘੱਟ ਪੈਸੇ ਨਾਲ ਗਰੀਬ ਕੀ ਕਰਦਾ? ਸਸਤੀ ਚੀਜ਼ ਲੈ ਕੇ ਪੇਟ ਭਰਦਾ। ਸਬਜ਼ੀ ਲਓ ਉਹ ਸਸਤੀ ਲਓ, ਸੰਜਮ ਹੈ। ਜਿਹੜਾ ਅਮੀਰ ਹੈ ਉਹ ਥੋੜੀ ਚੀਜ਼ ਲਊ, ਪੈਸੇ ਜ਼ਿਆਦਾ ਖਰਚ ਕਰੂ। ਸੰਜਮ ਹੁੰਦਾ ਜੀਵਨ ਨੂੰ ਬੜੇ ਸੰਜਮ ਨਾਲ ਜਿਉਣਾ, ਵੱਧ ਤੋਂ ਵੱਧ ਲਾਭ ਲੈਣਾ। ਅਸੀਂ ਜੋ ਕੰਮ ਕਰਨਾ ਹੈ ਥੋੜੇ ਟਾਈਮ 'ਚ ਜ਼ਿਆਦਾ ਲਾਭ ਲੈਣਾ, ਸਾਹ ਥੋੜੇ ਖਰਚ ਹੋਣ, ਲਾਭ ਜ਼ਿਆਦਾ ਹੋਵੇ। ਸਾਰੀ ਜ਼ਿੰਦਗੀ ਨਹੀਂ ਸੀ ਬੈਠੇ ਰਹਿੰਦੇ ਉੱਥੇ ਕਿਤੇ ਜਾ ਕੇ ਸਿੱਖ ਗੁਰੂ ਦੇ ਗੁਰੂ ਘਰ 'ਚ। ਹਫ਼ਤਾ 10 ਦਿਨ ਕੋਈ ਮਹੀਨਾ ਜਾਇਆ ਆ, ਇੰਨਾ ਉਥੋਂ ਸਿੱਖ ਲੈਣਾ ਜ਼ਿੰਦਗੀ ਪਰ, ਉਸੇ ਦੇ ਉੱਤੇ ਹੀ ਜੀਵਨ ਢਾਲ ਲੈਣਾ। ਗੱਲਾਂ ਤਾਂ 10 ਵਾਰ ਦੋ ਚਾਰੇ ਬਹੁਤ ਹੁੰਦੀਆਂ ਨੇ ਜੇ ਕਿਸੇ ਨੂੰ ਮੰਨਣੀਆਂ ਹੁਣ। ਕੋਈ ਪੜ੍ਹਾਈ ਕਰਨੀ ਤਾਂ ਜ਼ਰੂਰੀ ਨਹੀਂ ਵੀ ਸਾਰੀ ਪੜ੍ਹਾਈ ਉਹ ਕਰ ਲਈ, ਅਸੀਂ ਸਭ ਕੁਝ ਜਾਣ ਲਿਆ। ਪੰਡਤ ਨੇ ਸਾਰੇ ਵੇਦ ਗ੍ਰੰਥ ਲੱਦੇ ਲਏ ਤੇ ਜੇ ਉਹਦਾ ਅਸਰ ਕੋਈ ਨਹੀਂ, ਫਿਰ ਕੀ ਹੈ? ਗੁਰੂ ਅਮਰਦਾਸ ਨੂੰ ਇੱਕ ਗੱਲੇ ਘਾਇਲ ਕਰ ਗਈ ਸੀ, ਇੱਕੋ ਗੱਲੇ। ਉਹ ਕਬੀਰ ਨੇ ਤਾਂ ਕਿਹਾ ਸੀ ਨਾ, ਬਣ ਜੋ ਬਾਹੇ ਹੋਏ ਇੱਕ, ਪਰ ਉਹਦੇ ਨਾਲ ਹੋਈ ਹੋਊ ਏਦਾਂ ਗੱਲ। ਉਹਦੇ ਨਾਲ ਕਬੀਰ ਸਤਿਗੁਰ ਸੂਰਮੇ ਕਿਸੇ ਉਹਨੇ ਸੰਤ ਸਾਧ ਦੀ ਗੱਲ ਸੁਣ ਲਈ ਕੋਈ, ਉਹ ਸੀ ਮਗਹਰ ਵਾਲਾ ਗੁਰਮਤਿ ਦਾ ਧਾਰਨੀ। ਪੂਰਾ ਤਾਂ ਹੈ ਨਹੀਂ ਸੀ, ਕੋਈ ਤਰਕ ਐਸਾ ਸੁਣ ਲਿਆ ਜਿਹੜਾ ਉਹਨੂੰ ਕਾਇਲ ਕਰ ਗਿਆ। ਉਹਨੇ ਕਹਾ ਵੀ ਇਹ ਤਰਕ ਪੜੋ ਜਾ। ਤਰਕ ਇਹ ਵੀ ਹੋ ਸਕਦਾ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਪਰਮੇਸ਼ਰ ਕਰਦਾ, ਦੂਏ ਪਾਸੇ ਅਸੀਂ ਕਹਿੰਦੇ ਹਾਂ ਅਸੀਂ ਕਰਦੇ। ਇਹ ਆਪਾ ਵਿਰੋਧੀ ਗੱਲ। ਇਹ ਕੱਲਾ ਹੀ ਤਰਕ ਕਾਇਲ ਕਰ ਦਿੰਦਾ, ਕੱਲਾ ਹੀ ਸਵਾਲ ਹੈ ਜਿਹਦਾ ਜਵਾਬ ਨਹੀਂ। ਜਿੱਦਣ ਇਹ ਸਵਾਲ ਦਾ ਤੁਹਾਡੇ ਕੋਲ ਹੱਲ ਜਵਾਬ ਆ ਗਿਆ, ਸਾਰੀ ਗੁਰਮਤ ਸਮਝ ਲਈ, ਸਮਝ ਲਓ। ਇੱਥੇ ਹੀ ਅੜਦੇ ਨੇ ਸਾਰੇ। ਇੱਕ ਪਾਸੇ ਤਾਂ ਅਸੀਂ ਕਹਿੰਦੇ ਅਸੀਂ ਕੁਝ ਕਰਦੇ ਹਾਂ, ਸਾਰੇ ਪੁੰਨ ਪਾਪ ਕਰਦੇ ਹਾਂ। ਇੱਕ ਪਾਸੇ ਕਹਿੰਦੇ ਪਰਮੇਸ਼ਰ ਕਰਾਉਂਦਾ।
ਜੇ ਉਹ ਕਰਾਉਂਦਾ ਫਿਰ ਪੁੰਨ ਪਾਪ ਕਿਉਂ ਹੈ? ਜਿੱਦਣ ਤੁਸੀਂ ਇਹ ਹੁਕਮ ਨੂੰ ਬੁੱਝ ਲਿਆ, ਇਹ ਹੁਕਮ ਹੈ, ਇਹ ਹੁਕਮ। ਜਿੱਦਣ ਇਹ ਜਿਹੜਾ ਮਸਲਾ ਹੱਲ ਹੋ ਗਿਆ, ਸਵਾਲ ਹੱਲ ਹੋ ਗਿਆ ਸਾਡਾ, ਇਹ ਭਰਮ ਚੱਕਿਆ ਗਿਆ, ਇਹ ਗੱਲ ਦੀ ਸਮਝ ਆ ਗਈ, ਉਹ ਪਰਮ ਪਦ ਹੈ। ਬਾਕੀ ਤਾਂ ਖੋਜਣਾ ਹੀ ਹੈ। ਫਿਰ ਸਸੇ ਸੰਜਮ ਗਇਓ ਮੂੜੇ, ਸੰਜਮ ਚਲਿਆ ਗਿਆ ਤੇਰਾ, ਸੰਜਮ ਨਹੀਂ ਰੱਖਿਆ। ਏਕ ਦਾਨ ਤੁਧ ਕਥਾएं ਲਿਆ, ਇਹ ਜਿਹੜਾ ਤੈਂ ਦਾਨ ਲੈ ਲਿਆ ਨਾ, ਉਹ ਕਥਾएं ਲੈ ਲਿਆ। ਕਥਾएं ਦਾ ਮਤਲਬ ਕੀ ਹੈ? ਜੋ ਤੈਨੂੰ ਮਿਲਿਆ ਗਿਆਨ, ਉਹ ਇੱਥੇ ਖੋਪੜੀ 'ਚ ਲੈ ਰੱਖ ਲਿਆ। ਜਿਨ੍ਹਾਂ ਦਾ ਖੋਪੜੀ 'ਚ ਗਿਆਨ ਆ, ਮਿਸਯੂਜ਼ ਕਰਦੇ ਨੇ ਗਿਆਨ ਦਾ। ਖੋਪੜੀ ਵਾਲਾ ਗਿਆਨ, ਦਿਮਾਗ ਵਾਲਾ ਗਿਆਨ ਸ਼ੈਤਾਨ ਦੇ ਹੱਥ 'ਚ ਰਹਿੰਦਾ ਹਮੇਸ਼ਾ। ਸ਼ੈਤਾਨ ਦਾ ਨਿਵਾਸ ਹੈ ਇੱਥੇ ਸਿਰ ਵਿੱਚ। ਨਹੀਂ ਦੱਸੋ ਸ਼ੈਤਾਨ ਦਾ ਨਿਵਾਸ ਹੈ ਕਿੱਥੇ? ਸ਼ੈਤਾਨ ਦਾ ਨਿਵਾਸ ਆਦਮੀ ਦੇ ਵਿੱਚ ਕਿੱਥੇ ਹੈ? ਇਹਦਾ ਕੋਈ ਜਵਾਬ ਦੇਵੇ। ਸ਼ੈਤਾਨ ਦਾ ਚਰਖਾ ਦਿਮਾਗ ਨੂੰ ਕਹਿੰਦੇ ਨੇ। ਦਿਮਾਗ ਵਿੱਚ ਸ਼ੈਤਾਨ ਦਾ ਵਾਸ ਹੁੰਦਾ ਹਮੇਸ਼ਾ, ਜਿਹਨੂੰ 10 ਬੁਝਾਰ ਕਹਿੰਦੇ ਨੇ। ਅੱਧਾ ਸ਼ੈਤਾਨ ਹੈ, ਅੱਧਾ ਇਨਸਾਨ ਹੈ। ਜਿਹੜਾ ਇਹਦਾ ਅੱਧਾ ਇਨਸਾਨ ਵਾਲਾ ਪਾਸਾ ਹੈ, ਅੱਧਾ ਇਨਸਾਨ ਹੈ, ਦਾਲ ਹੋਈ ਹੈ। ਅੱਧਾ ਸ਼ੈਤਾਨ ਹੈ। ਸ਼ੈਤਾਨ ਦਾ ਨਿਵਾਸ ਦਿਮਾਗ 'ਚ ਹੈ, ਇਨਸਾਨ ਦਾ ਨਿਵਾਸ ਹਿਰਦੇ 'ਚ ਹੈ, ਦਿਲ 'ਚ ਹੈ। ਇਸੇ ਕਰਕੇ ਕਹੇ ਬੰਦੇ ਖੋਜ ਦਿਲ ਹਰ ਰੋਜ਼। ਤੇਰੇ ਦਿਲ ਵਿੱਚ ਇਨਸਾਨ ਹੈ, ਦਿਲ ਕਰਕੇ ਤੂੰ ਇਨਸਾਨ ਹੈ, ਦਿਮਾਗ ਕਰਕੇ ਸ਼ੈਤਾਨ ਹੈ। ਬਰਕੀਆਂ ਬੱਕੀਆਂ ਸਾਰੀਆਂ ਦਿਮਾਗ ਦੀ ਕਾਢ ਨੇ। ਦੁਨੀਆ ਦੀਆਂ ਸਾਰੀਆਂ ਸ਼ਰਾਰਤਾਂ ਦਿਮਾਗ ਦੀ ਕਾਢ ਨੇ। ਦੁਨੀਆ ਦਾ ਸਾਰੇ ਪ੍ਰਪੰਚ ਦਿਮਾਗ ਦੀ ਕਾਢ ਨੇ। ਦੁਨੀਆ ਦੇ ਸਾਰੇ ਬੁਰੇ ਕੰਮ ਦਿਮਾਗ ਦੀ ਕਾਢ ਨੇ। ਔਰ ਦਿਮਾਗ ਦੀ ਕਾਢ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ 'ਚ ਸਾਰੀ 'ਚ। ਮੇਰੇ ਕੋਲ ਸਬੂਤ ਹੈਗੇ ਨੇ, ਚਿੱਠੀਆਂ ਦਿਖਾ ਦੂੰ ਇਹਨਾਂ ਦੀਆਂ, ਮੈਂ ਮੇਰੇ ਕੋਲੇ ਪਈਆਂ ਨੇ। ਉਹ ਟਾਈਮ ਆ ਗਿਆ ਚਿੱਠੀ ਦਿਖਾਉਣ ਦਾ। ਜਿਹੜਾ ਮੈਂ ਲਿਖਿਆ ਸੀ, ਜਿਹੜਾ ਇਹਨਾਂ ਨੇ ਲਿਖਿਆ ਸੀ, ਸਾਬਤ ਹੋ ਜਾਣਗੇ ਸ਼ੈਤਾਨ ਦੇ। ਲੋਕ ਜਾਣਦੇ ਨੇ, ਸਾਬਤ ਕਰਨ ਦੀ ਲੋੜ ਵੀ ਨਹੀਂ, ਪਰ ਸਾਡੇ ਕੋਲ ਸਬੂਤ ਵੀ ਨੇ। ਜੋ ਦਿਮਾਗ ਦੇ ਵਿੱਚ ਬੰਦਾ ਹੈ, ਤਾਂ ਸੁਦਾਰੋ ਆਪ ਸ਼ੈਤਾਨ। ਭਗਤ ਨਹੀਂ ਬੰਦੇ। ਭਗਤ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਦਿਲ ਖੋਜ, ਦਿਲ ਦੀ ਗੱਲ ਨਹੀਂ ਕਿਸੇ ਨੂੰ ਦੱਸਦਾ ਹੈ ਆਪਣੇ ਦੀ। ਸ਼ੈਤਾਨ ਇੱਥੋਂ ਬਣਾ ਸੀ ਜਾਂਦਾ। ਦਿਮਾਗ ਦੀਆਂ ਗੱਲਾਂ ਸੰਸਾਰ ਨਾਲ ਕਰਦਾ, ਦਿਲ ਦੀ ਗੱਲ ਕਰ ਨਹੀਂ ਸਕਦਾ। ਦਿਲ ਦੇ ਵਿੱਚ ਤਾਂ ਲੁਕੋਇਆ ਹੋਇਆ ਹੈ। ਦਿਲ ਦੇ ਵਿੱਚ ਪਤਾ ਹੈ ਮੈਂ ਬੁਰਾ ਕਿੰਨਾ। ਦਿਲ ਦੇ ਵਿੱਚ ਪਤਾ ਹੈ ਸਾਰੇ ਸੱਚ ਦਾ। ਜਿਹਦੇ ਨਾਲ ਦਿਲ ਦੀ ਗੱਲ ਹੈ ਨਾ, ਇਹਦੀ ਜਦ ਦਿਲ ਦੀ ਦੱਸਦਾ, ਸਾਰੀ ਬਾਹਰ ਆ ਜਾਂਦੀ। ਸਾਰੀ ਬਾਹਰ ਆ ਜਾਂਦੀ। ਇੱਕ ਦਾਨ ਤੁਧ ਕਥਾएं ਲਿਆ। ਆ ਜਿਹੜੇ ਫਿਰ ਟੀਕਾ ਲਾ ਕੇ ਪੁੱਛਦੇ ਨੇ ਪੁਲਿਸ ਵਾਲੇ, ਦਿਲ ਦੀ ਗੱਲੇ ਪੁੱਛਦੇ ਨੇ। ਉਹ ਇਹ ਟੀਕਾ ਲਾ ਕੇ ਪੁੱਛਦੇ ਨੇ, ਸੱਚ ਤਾਂ ਉਗਲਦਾ। ਬਸ ਦਿਮਾਗ ਜਿਹੜਾ ਉਹਦਾ ਨਾ ਸੁਣ ਕਰ ਦਿੰਦੇ। ਉਹ ਜਿਹੜਾ ਦਿਮਾਗ ਸ਼ੈਤਾਨੀ ਵਾਲੀ ਤਾਣਾ ਬਾਣਾ ਪੜਦਾ ਨਾ, ਉਹ ਉਲਟਦੇ ਹਟ ਜਾਂਦੇ। ਉਹਨੂੰ ਸੁਣ ਕਰਕੇ ਦਿਲ ਸਾਰਾ ਹੀ ਉਗਲ ਦਿੰਦਾ। ਤਾਂ ਹੀ ਨਸ਼ਾ ਜਾ ਕੇ ਆਦਮੀ ਸਾਰੀਆਂ ਗੱਲਾਂ ਦੱਸ ਦਿੰਦਾ। ਸਾਈ ਪੁੱਤਰੀ, ਜਿੰਨੇ ਲੋਕ ਨਸ਼ਿਆਂ ਤੋਂ ਖਿਲਾਫ ਨੇ, ਸਾਰੇ ਸ਼ੈਤਾਨ ਨੇ। ਸਾਰੇ ਸ਼ੈਤਾਨ ਨੇ। ਸ਼ੈਤਾਨ
आप चाहे खाते पीते हो नशे, आप चाहे खाते पीते हो नशे, पर जो नशिया तो खिलाफ ने शैतान ने, पंडित नशे तो खिलाफ है सर्व। दसम क्रांति को चरित्र च साबित होंदा शैतान सी, कि शैतानी फड़ी गई, कि काबू भी आ गया। ओ शिव जी शैतान नहीं है, वो तो ना भोला है, वो नशे खांदा सुखा पींदा है, भोले ना ता कहते ने। भोला आदमी शैतान नहीं हुंदा, भोला आदमी जो शैतान नहीं हुंदा। पंडित शैतान, पंडित भंग तो खिलाफ है, सुखे तो खिलाफ है। प्रचार पंडित है, नशे तो खिलाफ, सिखाना नहीं है। या ਜਿਹੜੇ ਸੰਤ ਨੇ ਚਿੱਟੇ ਕੱਪੜਿਆਂ ਵਾਲੇ, ਇਹਨਾਂ ਦਾ ਸਿੱਖਾਂ ਦਾ ਨਹੀਂ ਹੈ, ਖਾਸ ਭਗਤਾਂ ਦਾ ਨਹੀਂ ਹੈ ਇਹਦੇ ਖਿਲਾਫ। ਇਹਦੇ ਵਿੱਚ ਗੁਰਬਾਣੀ ਦਾ ਸ਼ਰਾਬ ਕੱਢਣ ਦੀ ਵਿਧੀ ਦੱਸੀ ਹੋਈ ਹੈ। ਗੁਰ ਕਰ ਗਿਆਨ ਧਿਆਨ ਕਰ ਬਹੂਆ, ਉਹ ਕਹਿੰਦਾ ਚਾਹੇ ਨਿਰਾਕਾਰੀ ਹੈ, ਉਹ ਗੁਰਮਤਿ ਰੂਪੀ ਮਦ ਹੈ। ਇੱਕ ਗੁਰਮਤਿ सच सरा गुड़ बाहरा, सच भी शराब है पर इस गुड़ नहीं पींदा, मंदे पीने वाली है। सच सरा गुड़ बाहरा, गुड़ नहीं पैदा, गुड़ वाली शरीर दे पीने वाली, जोगी शरीर दे पीने वाली शराब, शरीर दे विच रहने वाली शराब की गल करता है। नानक आत्मा दे गल करता है। सच का अपना नशा है, झूठ का अपना नशा है। ये भूपत सब दिवस चार के झूठे करत दवाजा, तगड़े नशे वाला आदमी ये गल बोल सकता है। जिन्होंने सच का नशा होवे ना, राजे नूं वध नशा होवे, ਉਹਦੀ ਹਿੰਮਤ ਆ ਰਾਜੇ ਦੇ ਮੂੰਹ ਤੇ ਇਹ ਗੱਲ ਕਹਿ ਦੇਵੇ। ਇਹ ਭੂਪਤ ਸਭ ਦਿਵਸ ਚਾਰ ਕੇ, ਰਾਜੇ ਸ਼ੀ ਮੁਕੱਦਮ ਕੁੱਤੇ। ਕੌਣ ਕਹੂਗਾ? ਪੂਰਾ ਨਸ਼ੇ ਵਾਲਾ ਕਹੂਗਾ ਜਿਹਨੂੰ ਸੱਚ ਦਾ ਨਸ਼ਾ ਹੈ, ਕਹਿ ਦੂਗਾ ਕੁੱਤੇ ਮੁਕੱਦਮ। ਮੁਸਲਮਾਨਾਂ ਦਾ ਰਾਜ ਸੀ, ਵੋਟੀਆਂ ਕਰ ਦਿੰਦੇ, ਸੱਚ ਦੀ ਤਾਕਤ ਐਨੀ ਸੀ, ਚੂਹ ਨਹੀਂ ਕੀਤੀ, ਬੋਲ ਨਹੀਂ ਸਕੇ। ਇਹ ਕੀ ਬੋਲਣਗੇ ਵਿਚਾਰੇ, ਇਹਨਾਂ ਨੇ ਕੀ ਬੋਲਣਾ? ਗਿੱਦੜ ਬੋਲਦੇ ਹੁੰਦੇ ਨੇ, ਬਿਰਗ ਬੋਲਦੇ ਹੁੰਦੇ ਨੇ, ਭਜਦੇ ਹੁੰਦੇ ਨੇ ਬਿਰਗ। ਇਹ ਤਾਂ ਨਾਲੇ ਗੁਰਦਾਸ ਦੀਆਂ ਵਾਰਾਂ ਨੂੰ ਮੰਨਦੇ ਨੇ, ਜਿਹੜਾ ਕਹਿੰਦੇ ਸੀ ਬੁੱਕੇ ਬਿਰਗਾਵਲੀ। ਅਸੀਂ ਤਾਂ ਚਾਹੇ ਉਹਨਾਂ ਨੂੰ ਨਾ ਮੰਨੀਏ, ਪਰ ਇਹ ਤਾਂ ਉਹਨਾਂ ਨੂੰ ਮੰਨਦੇ ਨੇ, ਸਿੰਘ ਬੁੱਕੇ ਬਿਰਗਾਵਲੀ। ਬਿਰਗ ਭਜਦੇ ਹੁੰਦੇ ਨੇ, ਭਜਦਾ ਨੂੰ ਰਾਹ ਨਹੀਂ ਮਿਲਦਾ, ਇੱਕ ਦੂਏ 'ਚ ਲੱਗਦੇ ਹੁੰਦੇ ਨੇ। ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਧਾਨ ਖਾਦੇ ਤੇਰਾ ਜਨਮ ਗਿਆ। ਸਾਈ ਪੁੱਤਰੀ ਜਜਮਾਨ ਕੀ ਸਾਈ ਤੇਰੀ, ਜਿਹੜਾ ਤੂੰ ਫੇਰੇ ਕਰਾ ਕੇ ਲੈਣਾ ਪੈਸੇ, ਸਾਡੇ ਗੁਰਦੁਆਰੇ ਵੀ ਰਸੀਦਾਂ ਕੱਟ ਹੁੰਦੀਆਂ ਨੇ। ਇਹ ਜਿਹੜਾ ਤੈਂ ਧਾਨ ਖਾ ਲਿਆ, ਤੇਰਾ ਦੀਨ ਭ੍ਰਸ਼ਟ ਹੋ ਗਿਆ। ਆਪਣੀ ਪੁੱਤਰੀ ਦਾ ਧਾਨ ਖਾ ਲਿਆ। ਉਹ ਚੇਲੇ ਤਾਂ ਪੁੱਤਰ ਹੁੰਦੇ ਨੇ, ਜੇ ਤੇਰੀ ਪੁੱਤਰੀ ਨਹੀਂ, ਤੇਰੀ ਤਾਂ ਪੋਤਰੀ ਹੈ, ਅੱਗੇ ਤੇਰੇ ਚੇਲੇ ਦੀ ਪੁੱਤਰੀ ਹੈ। ਇਹ ਧਾਨ ਖਾਦੇ ਤੇ ਕੀ ਹੋਇਆ? ਤੇਰਾ ਜਨਮ ਹੋ ਗਿਆ। ਤੇ ਸਾਡਾ ਕਿਹਦਾ ਬਚਿਆ ਹੋਇਆ ਜਨਮ ਹੈ? ਕਿਹੜੇ ਰਾਗੀ ਦਾ ਜਨਮ ਬਚਿਆ ਹੋਇਆ? ਕਿਹੜੇ ਗ੍ਰੰਥੀ ਦਾ ਜਨਮ ਬਚਿਆ ਹੋਇਆ? ਇਹ ਜਵਾਬ ਦੇਣਾ ਪਊ ਹੁਣ ਇਹਨਾਂ ਨੂੰ। ਜੇ ਤੁਸੀਂ ਇਹੀ ਕੰਮ ਕਰਨਾ ਸੀ, ਫਿਰ ਅਸੀਂ ਹਿੰਦੂਏ ਚ ਗਏ ਸੀ। ਜੇ ਇਹੀ ਕੰਮ ਕਰਨਾ ਸੀ ਤੁਸੀਂ ਵੀ ਸਿੱਖ ਹੋ ਕੇ, ਫਿਰ ਤੁਹਾਡੇ ਨਾਲ ਹਿੰਦੂਏ ਚ ਗਏ ਸੀ। ਉਹ ਫੇਰੇ ਕਰਾਉਣ ਲੱਗ ਜਾਣਾ ਚਾਹੀਦਾ ਸਿੱਖਾਂ ਨੂੰ।
ਨੰਦਕਾਰ ਛੱਡ ਦੇਣੇ ਚਾਹੀਦੇ ਨੇ। ਸਿੱਖ ਤਾਂ ਨਾ ਨਰਕਾਂ ਨੂੰ ਜਾਣ, ਉਹ ਤਾਂ ਜਾਣ ਹਿੰਦੂ। ਇਹਨਾਂ ਨੂੰ ਕਿਉਂ ਨਰਕਾਂ ਨੂੰ ਤੋਰਦੇ ਹੋ? ਗੁਰਮਤਿ ਦੇ ਹਿਸਾਬ ਨਾਲ ਗੋਲਕ 'ਚ ਪੈਸੇ ਪਾਉਣੇ ਅਪਰਾਧ ਹੈ। ਸਿੱਖਾਂ ਨੂੰ ਇਮਾਨ ਤੋਂ ਡੇਗਣਾ, ਇਹ ਗੋਲਕ ਦਾ ਪੈਸਾ ਇਮਾਨ ਤੋਂ ਡੇਗ ਰਿਹਾ ਇਹਨਾਂ ਨੂੰ। ਜ਼ਿੰਮੇਵਾਰ ਕੌਣ ਹੈ? ਪੈਸੇ ਪਾਉਣ ਵਾਲੇ ਜ਼ਿੰਮੇਵਾਰ ਨੇ। ਅਸੀਂ ਉਹ ਅਪਰਾਧ ਦੇ ਜ਼ਿੰਮੇਵਾਰ ਆ ਜਿਹੜੇ ਗੋਲਕ ਦੇ ਵਿੱਚ ਪੈਸੇ ਪਾਉਂਦੇ ਆ। ਗੁਰੂ ਸਾਡੇ ਨਾਲ ਬਿਲਕੁਲ ਰਾਜੀ ਨਹੀਂ ਹੈ, ਪਰ ਸਾਡੇ ਕੋਲ ਵੀ ਹਰਾਮ ਦੀ ਕਮਾਈ ਆ। ਅਸੀਂ ਕਿਹੜਾ ਦਸਾਂ ਨੌਂ ਦੀ ਕਰਦੇ? ਜਿੰਨੇ ਜ਼ਿਆਦਾ ਲੋਕ ਪਾਉਂਦੇ ਨੇ, ਜ਼ਿਆਦਾ ਬੇਈਮਾਨੀ ਦਾ ਪੈਸਾ ਉਹਨਾਂ ਕੋਲ। ਉਹ ਦਫਾ ਹੋਣੇ ਜੇ ਬੇਈਮਾਨੀ ਦਾ। ਚੰਗੇ ਕੰਮ ਕਿਤੇ ਚੰਗੇ ਥਾਂ ਲਾ ਦੋ। ਗੁਰੂ ਦੇ ਖਿਲਾਫ ਕਿਉਂ ਲਾਉਨੇ ਹੋ? ਗੁਰੂ ਦੇ ਖਿਲਾਫ ਵਰਤ ਹੋ ਰਿਹਾ ਪੈਸਾ। ਇਹ ਪੈਸਾ ਗੁਰੂ ਦੇ ਖਿਲਾਫ ਵਰਤ ਹੋ ਰਿਹਾ ਹੈ। ਦਰਗਾਹ ਵਿੱਚ ਅਪਰਾਧੀ ਨੇ ਉਹ ਸਾਰੇ ਸਿੱਖ, ਜਿੰਨਾ ਗੋਲਕ ਦਾ ਪੈਸਾ ਗੁਰਦੁਆਰੇ ਦੇ। ਦਰਗਾਹ 'ਚ ਮਾਫੀ ਨਹੀਂ ਮਿਲਣੀ ਇਹਨਾਂ ਨੂੰ। ਪਾਦੇ ਦੇ ਗਲ 'ਚ ਫਾਹਾ ਪੈਣਾ ਤੇ ਫਾਹਾ ਇਹਨਾਂ ਦੇ ਗਲ 'ਚ ਵੀ ਪੈਣਾ। ਚਾਟੜਿਆਂ ਦੇ ਚਾਟੜੇ ਉਹੀ ਨੇ ਜਿਹੜੇ ਗੋਲਕ ਭਰਦੇ ਨੇ ਉਹਨਾਂ ਦੀ। ਜਿਹੜੇ ਗੋਲਕ ਭਰਦੇ ਚਾਟੜੇ ਉਹੀ ਹੁੰਦੇ ਨੇ ਜਿਹੜੇ ਪਾਦੇ ਨੂੰ ਦੱਸ ਦਿੰਦੇ ਨੇ। ਇਹ ਪਾਦੇ ਨੇ ਸਾਡੇ, ਇਹਨਾਂ ਦੀ ਗੋਲਕ ਭਰਨ ਵਾਲੇ ਇਹਨਾਂ ਦੇ ਚਾਟੜੇ ਨੇ। ਚਾਟੜਿਆਂ ਦੇ ਗਲ 'ਚ ਫਾਹਾ ਕਿਉਂ ਪੈਣਾ? ਚਾਟੜੇ ਧਰਮ ਭ੍ਰਸ਼ਟ ਕਰਨ ਵਿੱਚ ਹਿੱਸੇਦਾਰ ਨੇ ਤਾਂ ਪੈਣਾ। ਉਹ ਗਰੀਬ ਆਦਮੀ ਜਿਹੜਾ ਲੰਗਰ 'ਚ ਜਾ ਕੇ ਪ੍ਰਸ਼ਾਦਾ ਛਕਦਾ, ਪੈਸਾ ਚੜਾ ਨਹੀਂ ਸਕਦਾ, ਉਹਦਾ ਜੀਵਨ ਵੀ ਭ੍ਰਸ਼ਟ ਕਰਦੇ ਨੇ। ਉਹਨੂੰ ਸਿੱਖਿਆ ਤਾਂ ਇੱਥੋਂ ਹੀ ਮਿਲਦੀ ਹੈ ਨਾ। ਸਾਡੇ ਬੱਚਿਆਂ ਨੂੰ ਸਿੱਖਿਆ ਕਿੱਥੋਂ ਮਿਲਦੀ ਹੈ? ਜਿਹੜੇ ਜਨਮ ਲੈਣਗੇ ਹੁਣ ਉਹ ਕੀ ਪੜ੍ਹਨਗੇ? ਉਹੀ ਪੜ੍ਹਨਗੇ ਜੋ ਸਾਨੂੰ ਦੇਖਣਗੇ, ਪੜ੍ਹਾਉਣਗੇ। ਆਪਣੀ ਦੁਕਾਨ ਵਾਲੇ ਨੇ ਮੁੰਡੇ ਅੰਮ੍ਰਿਤਸਰ ਵਾਲੇ, ਜਿਹਨਾਂ ਨੂੰ ਪਰਮਵੀਰ ਮੈਡੀਕਲ ਵਾਲੀ ਦੁਕਾਨ ਅਸੀਂ ਸੰਭਾਲੀ ਹੈ, ਉਹਦੇ ਮੁੰਡੇ ਦਾ ਵਿਆਹ ਸੀ। ਅਸੀਂ ਤਰਨਤਾਰਨ, ਉਹਨਾਂ ਦਾ ਹੈਗਾ ਪਿੰਡ ਤਰਨਤਾਰਨ, ਵਿਆਹ ਗਏ ਉੱਧਰ ਹੀ ਉਹਨਾਂ ਦਾ ਪਿੰਡ ਹੈ। ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ। ਉਹ ਆ ਗਿਆ, ਮੈਂ ਪਾਸੇ ਬੈਠਾ ਸੀ, ਉਹ ਸ਼ਰਾਬ ਜ਼ਰੂਰ ਪੀਂਦੇ ਸੀ। ਚਲੋ ਮੈਂ ਪਰੇ ਹੋ ਕੇ ਬਹਿ ਗਿਆ। ਪਰਮਵੀਰ ਦਾ ਸਭ ਕੁਛ ਸ਼ੁਕ ਲੈਂਦਾ ਵਿੱਚ। ਉਹ ਹੈਗਾ ਕਲੀਨ ਸ਼ੇਵ, ਚੱਲਣ ਦੇ ਕੋਈ ਨਹੀਂ। ਮੈਂ ਆਪਣੀ ਕਮਜ਼ੋਰੀ ਦੱਸਣ ਲੱਗਿਆ। ਜਿਹੜੀ ਕਿਸੇ ਨੇ ਗੱਲ ਕਹਿਣੀ ਆਪ ਕਿਉਂ ਨਹੀਂ ਕਹਿਣੀ? ਜਿਹੜੀ ਕਿਸੇ ਨੇ ਉਂਗਲੀ ਉਠਾਉਣੀ ਆਪ ਉਠਾਓ। ਜੇ ਸ੍ਰੀ ਚੰਦ ਦੇ ਜਟਾ ਰੱਖਿਆ ਨਹੀਂ ਸਿੱਖ ਬਣੇ, ਨਾਨਕ ਦਾ ਕਸੂਰ ਹੈ। ਸ੍ਰੀ ਚੰਦ ਹੀ ਆ। ਨਾਲੇ ਆਪਣਾ ਆਪਣਾ ਜ਼ਿੰਮੇਵਾਰ ਹੈ, ਕੋਈ ਕਿਸੇ ਦਾ ਠੇਕੇਦਾਰ ਹੈ। ਆਪਣਾ ਮਨ ਤਾਂ ਬੰਦਾ ਨਹੀਂ, ਦੂਏ ਦਾ ਕੌਣ ਬਣਾ ਦੂ? ਆਪਣਾ ਹੀ ਬਣਾ ਲਓ, ਇੰਨਾ ਹੀ ਬਥੇਰਾ। ਦੂਏ ਦਾ ਠੇਕਾ ਲਓ, ਆਪ ਨਹੀਂ ਜਾਣਾ, ਆਪ ਹੀ ਉੱਥੇ ਰਹਿ ਜਾਊਗਾ। ਇਹ ਸਟੇਜ ਤੇ ਚੜਿਆ ਤਾਂ ਡੀਜੇ ਵਗੈਰਾ, ਇੱਥੇ ਉਹ ਬਾਗ ਵੀ ਇਹਨਾਂ ਦੀ ਸੀ। ਉਹ ਤਾਂ ਨਵੇਂ ਸੀਗੇ। ਹੁਣ ਐ ਹੁੰਦਾ ਜਿਹੜੇ ਆਦਮੀ ਦੀ ਉਹਦੀ ਉਹ ਵਡਿਆਈ ਕਰਦੇ ਨੇ ਮਰਾਸੀਆਂ ਵਾਂਗੂ, ਜਿਹਦੇ ਨਾਲ ਨੌਲੇ ਦੇ ਦੋ ਪੈਸੇ ਮਿਲ। ਹੁਣ ਇਹਦੇ ਨਾਲ ਜ਼ਿਆਦਾ ਮੈਡੀਕਲ ਸਟੋਰਾਂ ਵਾਲੇ ਗਏ ਹੋਏ ਸੀ, ਪ੍ਰਧਾਨ ਸੀ। ਉਹ ਇਹਦਾ ਜਾਇਜ਼ਾਕਾਰ ਕਰੀ ਜਾਣ, ਮੁੰਡੇ ਨੋਟ ਸਿੱਟੀ ਜਾਣ ਉਹਨਾਂ ਤੇ, ਪਰਮਵੀਰ ਦਾ ਨੋਟ ਲੈ ਤੇ। ਹੁਣ ਉਹ ਮਰਾਸੀ ਨੂੰ ਤਾਂ ਪੈਸਾ ਚਾਹੀਦਾ। ਪਰਮਵੀਰ ਕੌਣ ਹੈ ਜੀ? ਮੁੰਡਾ ਬੁੱਢਾ। ਉਹ ਮੈਨੂੰ ਸੱਦ ਲਿਆ, ਉਹ ਬੜੇ ਮੁੰਡੇ ਨੇ, ਉਹਨਾਂ ਦੇ ਨੇ ਬੜੇ ਛੋਟੇ ਦਾ, ਉਹ ਤੋਂ ਛੋਟੇ ਦਾ ਵਿਆਹ ਸੀ। ਮੈਨੂੰ ਵੀ ਇੱਥੇ ਬਹਿ ਜਾਓ ਤੁਸੀਂ ਸਾਡੇ ਕੋਲ। ਮੈਂ ਕਿਹਾ ਕੋਈ ਨਹੀਂ, ਮੈਂ ਬਹਿ। ਉਹਨੂੰ ਪਤਾ ਸੀ ਵੀ ਕੋਲ ਬੈਠਣ ਨੂੰ ਕੋਈ ਇਤਰਾਜ਼ ਨਹੀਂ, ਇਹ ਸ਼ਰਾਬ ਪੀਂਦਾ ਨਹੀਂ ਤਾਂ ਕੋਲ ਇਹਨੂੰ ਕੋਈ ਨਹੀਂ, ਕੋਈ ਕੁਛ ਖਾਈ ਜਾਵੇ, ਕੁਛ ਪੀ ਜਾਵੇ। ਉਹ ਅਸਲ 'ਚ ਉਹਨੇ ਬੁਲਾਇਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ। ਉਹਨੇ ਦੱਸਿਆ ਵੀ ਉਹ ਜਿਹੜੇ ਬੰਦੇ ਬੈਠੇ ਨੇ ਉਹ ਗੱਲਾਂ ਕਰਦਾ ਹੋਊਗਾ।
ਉੱਥੇ ਦੀਆਂ ਯੂਪੀ ਕੋਲ ਰਹਿੰਦੇ ਸੀ ਸਾਡੇ। ਉਹ ਕਹਿੰਦਾ ਵੀ ਆਪਾਂ ਗੱਲਬਾਤ ਕਰੀਏ ਇਹਨਾਂ ਨਾਲ, ਆਹ ਗੱਲਾਂ ਕਰਨ ਲੱਗਿਆ ਗੁਰਬਾਣੀ ਦੀਆਂ, ਵੀ ਗੁਰਬਾਣੀ ਦੀ ਕਲਾਸ ਲਾਉਂਦੇ ਨੇ ਇਹਨਾਂ ਨੇ, ਉਹ ਲਿਖਿਆ ਫਲਾਣਾ ਕਿਤਾਬਾਂ ਲਿਖੀਆਂ ਨੇ। ਉੱਥੇ ਬਹਿ ਗਏ। ਉਹ ਖੈਰ ਸ਼੍ਰੋਮਣੀ ਕਮੇਟੀ ਦਾ ਉਹ ਮੈਂਬਰ ਵੀ ਉਹ ਵੀ ਪੀਂਦਾ ਪੁੰਦਾ ਸੀ, ਵੀ ਮੈਨੂੰ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਅਸੀਂ ਤਾਂ ਇਹਦੇ ਖਿਲਾਫ ਨਹੀਂ ਪੀਣ ਤੇ, ਜਿਹੜਾ ਪੀਂਦਾ ਪੀ ਲਵੇ, ਕੀ ਫਰਕ ਪੈਂਦਾ। ਕੰਮ ਤਾਂ ਹੋਰ ਬਥੇਰੇ ਨੇ ਛੱਡਣ ਵਾਲੇ, ਇਹ ਤਾਂ ਬਾਅਦ 'ਚ ਛੱਡ ਦੇਵੇ, ਚਾਹੇ ਪਹਿਲਾਂ ਘੋੜੇ ਛੱਡ ਲਵੇ। ਉਹ ਬੈਠੇ ਬੈਠੇ ਪਰਮਵੀਰ ਦਾ ਫੇਰ ਬਾਰ ਜੇ ਕਰਾਈ ਜਾਵੇ। ਉਹ ਕਹਿੰਦਾ ਨਿਰਮਲ ਸਿੰਘ ਕਹਿੰਦਾ ਇਹਨਾਂ ਦਾ ਮੁੰਡਾ ਪਰਮਵੀਰ, ਉਹਨੂੰ ਬੜਾ ਝਟਕਾ ਲੱਗਿਆ। ਕਹਿੰਦਾ ਹੈ, ਕਹਿੰਦਾ ਕਿਉਂ, ਕਹਿੰਦਾ ਇਹਨਾਂ ਦਾ ਮੁੰਡਾ ਹੈਗਾ। ਹਾਂ, ਉਹਨੇ ਸਹਿਸਵਾ ਗੱਲ ਕੀਤੀ ਵੀ ਇਹਦੀ ਇੰਨੀ ਹੁੰਦੀ ਹੈ ਜਿਹੜੀ ਬੱਲੇ ਬੱਲੇ ਵੀ ਇਹਨਾਂ ਦਾ ਹੀ ਮੁੰਡਾ ਹੈ। ਉਹਨੇ ਤਾਂ ਐਂ ਗੱਲ ਕੀਤੀ, ਉਹਨੂੰ ਝਟਕਾ ਐਂ ਲੱਗਿਆ ਵੀ ਇਹ ਕਲੀਨ ਸ਼ੇਵ ਹੈ, ਇਹ ਨਿਹੰਗ ਸਿੰਘ ਹੈ। ਕਹਿੰਦਾ ਮੈਨੂੰ ਤਾਂ ਬੜਾ ਝਟ ਸ਼ੌਕ ਲੱਗਿਆ। ਕਹਿੰਦਾ ਕਿਉਂ, ਕਹਿੰਦਾ ਕਲੀਨ ਸ਼ੇਵ ਹੈ, ਕੀ ਉਹ ਕੀ। ਮੈਂ ਹੱਸ ਪਿਆ, ਮੈਂ ਹੱਸ ਕੇ ਟਾਲਤੀ ਗੱਲ। ਕਹਿੰਦਾ ਨਹੀਂ, ਕਹਿੰਦਾ ਹੈ ਇਹ ਮੇਰੇ ਬਹੁਤ, ਮੈਨੂੰ ਝਟਕਾ ਲੱਗਿਆ। ਮੈਂ ਚੱਲ ਛੱਡ ਪਰੇ, ਕੀ ਲੈਣਾ, ਆਪਣੇ ਤੱਕ ਸੀਮਤ ਰੱਖੀ ਦੀ ਹੁੰਦੀ ਹੈ ਸਿੱਖੀ। ਅਸੀਂ ਲੋਕਾਂ ਦੇ ਬਹੁਤੀ ਹਲਾਈ ਵੱਡੀ ਪਕੜਨ ਲੱਗ ਗਏ, ਉਹ ਸਾਰੀ ਖਾਲੀ ਹੋ ਰਹੇਗੀ। ਵਿਚਾਲਾ ਵਾਹ ਨਹੀਂ ਹੋਇਆ, ਹਲਾਈ ਵੱਡੀ ਪਕੜ ਲਈ, ਇੱਕੋ ਸਿਆੜ ਆਇਆ ਤੇ ਛਿਪ ਗਿਆ, ਵਿਚਾਲਾ ਤਾਂ ਖਾਲੀ ਹੋ ਰਹਿ ਗਿਆ ਸਾਰਾ ਹੀ। ਉਹਨਾਂ ਵਾਹਿਆ ਹੋਇਆ ਮੰਨਿਆ ਨਾ, ਬਿਨਾਂ ਵਾਹਿਆ ਹੋਇਆ ਮੰਨਿਆ ਤਾਂ ਕੁਝ ਵੀ ਨਾ ਹੋਇਆ। ਇੱਕ ਸਿਆੜ ਲਿਆ ਤਾਲ ਵਾਲੇ ਪਿੰਡ ਦੇ, ਦਿਨ ਛਿਪ ਗਿਆ। ਵਾਹਿਆ ਕੀ, ਕੁਝ ਵੀ ਨਹੀਂ ਕੀਤਾ, ਕੀ ਕੁਝ ਵੀ ਨਹੀਂ। ਉਹ ਜਦ ਹਟਿਆ ਹੀ ਨਹੀਂ। ਉਹ ਸ਼ਰਾਬੀਆਂ ਦੀ ਆਦਤ ਹੁੰਦੀ ਆ, ਉਹ ਉਹਨਾਂ ਵੱਲ ਖੜੇ ਪੈ ਗਿਆ। ਕਹਿੰਦਾ ਤੁਸੀਂ ਕਿਸੇ ਨੂੰ ਛੱਡਿਆ ਨਹੀਂ, ਸੁੱਕਾ ਕਰੇ ਇਹ ਭਾਈ ਸਾਹਿਬ ਨੂੰ ਵੀ ਸਾਡੇ ਨੂੰ ਜਵਾਬ ਦੇ ਦਿਓ, ਇਹਦੀ ਤਸੱਲੀ ਕਰਾ ਦਿਓ। ਉਹ ਕਹਿੰਦਾ ਮੇਰੀ ਤਸੱਲੀ ਨਹੀਂ ਹੁੰਦੀ, ਤੁਸੀਂ ਵਿੱਚੋਂ ਗੱਲ ਦੱਸੋ ਕੀ ਹੈ। ਉਹ ਆਦਾ ਇਹ ਕਹੂਗਾ ਵੀ ਮੇਰੀ ਕਹਿਣਾ ਨਹੀਂ ਮੰਨਦਾ, ਵੀ ਕੁਛ ਕਹਾਉਣਾ ਚਾਹੁੰਦਾ ਸੀ। ਮੈਂ ਕਿਹਾ ਮੈਂ ਤਾਂ ਭਾਈ ਕਦੇ ਕਿਸੇ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਅੰਮ੍ਰਿਤ ਛਕੋ ਜਾਂ ਸਿੱਖ ਬਣੋ ਜਾਂ ਨਾ ਬਣੋ। ਮੇਰਾ ਅਜੇ ਆਪਣਾ ਮਨ ਨਹੀਂ ਮੇਰੇ ਕਹਿਣੇ ਚਾਹੀਦਾ। ਮੈਂ ਤਾਂ ਇਹਨੂੰ ਕਹਿਣਾ ਅਜੇ ਵੀ ਤੂੰ ਤਾਂ ਬਣ ਜਾ, ਜਦ ਮੈਂ ਬਣ ਜੂ ਫਿਰ ਮੈਂ ਕਿਸੇ ਨੂੰ ਹੋਰ ਨੂੰ ਕਹੂੰਗਾ। ਇਹ ਸਾਨੂੰ ਪੜ੍ਹਾਇਆ, ਸਾਨੂੰ ਇਹ ਪੜ੍ਹਾਇਆ ਪਹਿਲਾਂ ਆਪ ਸਿੱਖ ਬਣ ਜਾਓ, ਜਾਂ ਬਣ ਜਾਓਗੇ ਫਿਰ ਕਿਸੇ ਨੂੰ ਕਹੋ। ਪਹਿਲਾਂ ਨਾ ਕਹਿ ਦਿਓ, ਪਹਿਲਾਂ ਨਾ ਕਹੋ, ਆਪ ਨਾ ਰਹਿ ਜਾਓ ਕਿਤੇ। ਸਾਨੂੰ ਤਾਂ ਪੜ੍ਹਾਈ ਇਹ ਪੜ੍ਹਾਈ ਅਜੋ ਮੈਂ ਸਿੱਖ ਬਣਿਆ ਨਹੀਂ ਆਪ ਪੂਰਾ, ਮੈਂ ਕਿਸੇ ਨੂੰ ਕਿਹਾ ਜਦੋਂ ਮੈਂ ਬਣ ਜੂ ਮੈਨੂੰ ਦੇਖ ਕੇ ਹੀ ਬਣ ਜਾਣਗੇ। ਜੇ ਬਣਨਾ ਹੋ ਕਹਿਣ ਦੀ ਲੋੜ ਫਿਰ ਵੀ ਨਹੀਂ ਪੈਣੀ। ਲੋਕ ਬਣਾ ਦੇਣਗੇ, ਤੇਰੇ ਵਰਗੇ ਬਣਾ ਦੇਣਗੇ, ਕਹਿ ਕੇ ਵੀ ਸ਼ਰਮ ਨਹੀਂ ਆਉਂਦੀ ਤੁਹਾਨੂੰ। ਜਿਹੜੀ ਗੱਲ ਮੈਂ ਨਹੀਂ ਕਹਿ ਸਕਦਾ ਤੁਸੀਂ ਕਹਿ ਸਕਦੇ ਹੋ, ਮੇਰਾ ਫਿਰ ਵੀ ਨਹੀਂ ਕਹਿਣਾ ਬਣਦਾ। ਉਹ ਕਹਿੰਦਾ ਗੱਲ ਤਾਂ ਠੀਕ ਹੈ, ਫਿਰ ਵੀ ਇਹਨੂੰ ਨਹੀਂ ਸੀ ਚਾਹੀਦਾ, ਇਹਦੀ ਬਹੁਤ ਮਾੜੀ ਗੱਲ ਹੈ। ਫਿਰ ਮੈਨੂੰ ਛੱਡ ਕੇ ਉਧਰ ਆ ਗਿਆ, ਦੇਖਿਆ ਵੀ ਇਹ ਤਾਂ ਠੀਕ ਹੈ, ਇਹਨੇ ਤਾਂ ਆਪਣੀ ਸਫਾਈ ਦੇਤੀ। ਕਹਿੰਦਾ ਮੁੰਡੇ ਦੀ ਬਹੁਤ ਵੱਡੀ ਗੱਲ ਹੈ, ਤੁਸੀਂ ਐਡੇ ਬੜੇ ਮਤਲਬ ਸਮਝਦਾਰ ਆਦਮੀ ਹੋ ਕੇ ਔਰ ਆ ਜਿਹੜੀਆਂ ਗੱਲਾਂ ਇਹਨੇ ਮੈਨੂੰ ਦੱਸੀਆਂ ਨੇ, ਇਹ ਮੁੰਡੇ ਨੇ ਸਿਰ ਬਣਾ ਤਾਂ ਬਹੁਤ ਵੱਡੀ ਗੱਲ। ਉਹ ਮੈਂ ਕਿਹਾ ਚੱਲ ਮਾੜੀ ਗੱਲ ਵੀ ਕੁਛ ਨਹੀਂ, ਬਾਣੀ ਦਾ ਤੈਨੂੰ ਜ਼ਿਆਦਾ ਯਾਦ ਹੈ ਤੇ ਹੁਣ ਵੀ ਕੰਮ ਵੀ ਨਹੀਂ ਕੋਈ ਮਾੜਾ ਕਰਦਾ, ਥੋੜਾ ਜਿਹਾ ਉਹ ਆਪਣੀ ਜਗ੍ਹਾ ਸੱਚਾ ਹੈ। ਕਹਿੰਦਾ ਉਹ ਕਿਵੇਂ? ਮੈਂ ਕਿਹਾ ਅਸਲ ਦੇ ਵਿੱਚ ਅਸੀਂ ਦੂਜੇ ਨੂੰ ਦੋਸ਼ ਦਿੰਦੇ ਹਾਂ, ਆਪਣੇ ਅੰਦਰ ਘੱਟ ਝਾਤੀ ਮਾਰਦੇ। ਮੈਂ ਇਹ ਸਮਝਦਾ ਵੀ ਇਹ ਜਿਹੜੇ ਮੁੰਡੇ ਸਿਰ ਬਣਾ ਗਏ ਸਾਡੇ ਸਾਰੇ, ਹੁਣ ਇਹਦੇ ਮੁੰਡੇ ਵੀ ਸਿਰ ਬਣਾਈ ਫਿਰਦੇ ਨੇ ਦੋਏ, ਨਿਰਮਲ ਦੇ ਵੀ। ਕੀ ਕਹੇ, ਇਹ ਸਾਡੇ ਕਿਰਪਾਨ ਵਾਲਿਆਂ ਦੇ ਖਿਲਾਫ ਬਗਾਵਤ ਹੈ ਨਾ ਮੁੰਡਿਆਂ ਦੀ। ਮੈਂ ਇਹ ਸਮਝਦਾ ਅੰਦਰੋਂ, ਕਿਹਾ ਨਹੀਂ ਇਹਨਾਂ ਨੇ ਸਾਨੂੰ, ਸਾਡਾ ਆਚਰਣ ਸਿੱਖੀ ਵਾਲਾ ਨਹੀਂ ਹੈ। ਸਾਨੂੰ ਦੇਖ ਕੇ ਕਹਿੰਦੇ ਵੀ ਇਹ ਜਿਹੀ ਸਿੱਖੀ ਨੂੰ ਅਸੀਂ ਐਵੇਂ ਚੰਗੇ। ਮੈਂ ਸਮਝਦਾ ਵੀ ਸ਼ਾਇਦ ਇਹ ਗੱਲ ਹੈ, ਅਸੀਂ ਆਪਣੇ ਆਪ ਸਿੱਖ ਬਣੀਏ।
ਉਹਦਾ ਅਸਰ ਪਊਗਾ ਨਾ। ਤੇ ਇਹਨਾਂ ਨੂੰ ਕਹੀਏ ਨਾ ਲੜੀਏ, ਮੈਂ ਇਸ ਵਿਊ ਦਾ ਆਦਮੀ ਠੀਕ ਹੈ, ਮੇਰੀ ਪਰਸਨਲ ਰਾਏ ਹੈ। ਇਹ ਗੁਰਮਤਿ ਦੀ ਗੱਲ ਵੀ ਹੈ, ਸਾਨੂੰ ਉਪਦੇਸ਼ ਵੀ ਇਹੀ ਹੈ। ਕਹਿੰਦਾ ਬਸ ਇੱਕੋ ਮਾਰਤੀ, ਤੁਸੀਂ ਹੋਰ ਨਾ ਮਾਰਿਓ ਵੀ ਤੂੰ ਦੱਸ ਇਹ ਗੱਲ ਸੱਚ ਹੈ ਝੂਠ ਹੈ। ਕਹਿੰਦਾ ਬਸ ਹੋਰ ਨਾ ਮਾਰਿਓ ਇਹ ਤੋਂ ਜ਼ਿਆਦਾ। ਹੁਣ ਮੈਂ ਸਮਝ ਗਿਆ ਕਸੂਰ ਤਾਂ ਸਾਡਾ, ਬਿਲਕੁਲ ਸਹੀ ਹੈ, ਕਸੂਰ ਤਾਂ ਸਾਡਾ ਹੈ। ਅਸੀਂ ਥੋਪੀ ਜਾਂਦੇ ਲੋਕਾਂ ਤੇ। ਤੁਸੀਂ ਭਾਈ ਆਪਣੇ ਅੰਦਰ ਝਾਕੋ, ਅਸੀਂ ਆਪਣੇ ਅੰਦਰ ਨਹੀਂ ਝਾਕਦੇ। ਭਗਤ ਕੁੱਲ 13 ਤੇ 15 ਕਹਿ ਉਹ ਵੀ ਐਟ ਟਾਈਮ ਨਹੀਂ ਹੋਏ। ਹੁਣ ਥਈ ਰੌਲਾ ਹੈ, ਉਹਨਾਂ ਦਾ ਰੌਲਾ ਹੈ। ਕਬੀਰ ਦਾ ਨਾਂ ਸੁਣ ਕੇ ਸਾਰੀ ਕਾਸ਼ੀ ਤੋਬਾ ਤੋਬਾ ਕਰਦੀ ਹੈ ਹੁਣ ਵੀ। ਕਿਉਂ? ਕਾਹਤੇ ਕਰਦੀ ਹੈ? ਕੱਲਾ ਹੀ ਸੀ। ਹੋਵੇ ਸਹੀ, ਕਹਿੰਦੇ ਹੋਵੇ ਇੱਕ ਪਰ ਹੋਵੇ ਨੇਕ। ਬਸ ਨੇਕ ਤਾਂ ਹੋਵੇ ਇੱਕੋ ਬਹੁਤ ਹੈ। ਨਾਨਕ ਨੂੰ ਜਾਣਦੀ ਹੈ ਦੁਨੀਆ, ਤੁਹਾਡੇ 9 ਗੁਰੂਆਂ ਦਾ ਕੋਈ ਨਹੀਂ ਦੋ ਜਾਣਦਾ। ਹੋਰ ਜਾਣਦਾ ਇਹ ਗੁਰੂ ਗੋਬਿੰਦ ਸਿੰਘ ਦਾ ਨਾਂ ਜਾਣਦਾ, ਉਹਦਾ ਅੱਡ ਨਾਂ ਚੱਲਦਾ, ਉਹਦਾ ਵੱਖਰਾ ਚੱਲਦਾ ਨਾ ਨਾਂ। ਬਾਕੀਆਂ ਦਾ ਨਾਂ ਨਾਨਕੇ ਚੱਲਦਾ ਸਾਰਿਆਂ ਦਾ। ਸਿੱਖੀ ਨੂੰ ਫੈਲਾਉਣ ਵਾਸਤੇ ਬਹੁਤ ਥੋੜੇ ਆਦਮੀ ਦੀ ਲੋੜ ਹੈ ਔਰ ਉਹ ਸਿੱਖ ਬਣ ਜਾਣ, ਸਾਰੀ ਦੁਨੀਆ ਬਣ ਜੂਗੀ। ਉਹਨਾਂ ਨੂੰ ਪਲਟਣ ਨੂੰ ਨਹੀਂ ਚਿਰ ਲੱਗਦਾ। ਦੇਖੋ ਅਵਸਥਾ ਤਾਂ ਨਹੀਂ ਸਾਰਿਆਂ ਦੀ ਬ੍ਰਹਮ ਗਿਆਨੀ ਵਾਲੀ ਬਣਦੀ ਹੁੰਦੀ, ਗੁਰੂ ਵੇਲੇ ਵੀ ਨਹੀਂ ਬਣੀ। ਉਹ ਤਾਂ ਬਣੂਗੀ ਜਿਹੜੇ ਨੇੜੇ ਨੇ ਉਹਨਾਂ ਦੀ। ਪਰ ਕਮ ਸੇ ਕਮ ਪ੍ਰਚਾਰ ਔਰ ਜਿਹੜਾ ਉਹਨਾਂ ਦਾ ਵਿਸ਼ਵਾਸ ਹੈ, ਉਹ ਜਿਹੜਾ ਭਰਮ ਗਿਆਨ ਦੇ ਚੱਕਰ ਚ ਆਏ ਹੋਏ ਨੇ, ਬਾਕੀ ਮਤਾਂ ਦੇ ਚੱਕਰ ਚੋਂ ਨਿਕਲ ਜਾਂਦੇ। ਚੱਕਰ ਚੋਂ ਬਾਹਰ ਕੱਢਣਾ ਹੀ ਪਹਿਲਾਂ, ਚੱਕਰ ਚੋਂ ਬਾਹਰ ਕੱਢਣਾ ਹੀ ਪਹਿਲੀ ਸਟੇਜ ਹੈ ਸਾਡੀ। ਸਕੂਲ ਆਉਣ ਲੱਗ ਜਾਣ, ਬਾਣੀ ਸੁਣਨ ਲੱਗ ਜਾਣ, ਕੁਸੰਗਤ ਛੱਡ ਜਾਣ, ਬਸ ਹੌਲੀ ਹੌਲੀ ਪਹੁੰਚ ਜਾਣ। ਮੰਮੈ ਮਤ ਹਿਰ ਲਈ ਤੇਰੀ ਮੂੜੇ, ਹਉਮੈ ਵੱਡਾ ਰੋਗ ਪਿਆ, ਅੰਤਰ ਆਤਮੇ ਬ੍ਰਹਮ ਨ ਚੀਨਿਆ, ਮਾਇਆ ਕਾ ਮੁਹਤਾਜ ਪਿਆ। ਹੈ ਮੂਲੇ ਮੂਰਖਾ, ਪਾਦੇ ਨੂੰ ਕਹਿ ਰਹੇ ਨੇ ਉਸ ਵੇਲੇ। ਅੱਜ ਦੇ ਪਾਦੇ ਸਾਡੇ ਗ੍ਰੰਥੀ ਨੇ। ਪੰਡਤ ਪਾਦੇ ਤੋਂ ਜੂਨੀਅਰ ਹੈ, ਜਿਹੜਾ ਪੰਡਤ ਹੈ ਨਾ ਪਾਦੇ ਤੋਂ ਜੂਨੀਅਰ ਹੈ। ਪਾਦਾ ਆਮ ਤੌਰ ਤੇ ਤੀਰਥਾਂ ਦੇ ਹੁੰਦੇ, ਪਿੰਡਾਂ 'ਚ ਵੀ ਹੁੰਦੇ ਸੀ ਪਾਦੇ। ਜਿਹੜਾ ਲਾਵਾ ਪੜਾਉਣ ਵਾਲਾ ਪਾਦਾ ਹੁੰਦਾ, ਧਰਮ ਦੇ ਕਰਮ ਜਿਵੇਂ ਲਾਵਾ ਪੜਾਉਣੀਆਂ, ਸੰਸਕਾਰ ਜਿਹੜੇ ਧਰਮ ਦੇ ਕਰਨ ਵਾਲੇ ਉਹ ਪਾਦੇ ਤੇ ਕਰਾਉਂਦੇ। ਪੰਡਤ ਨੂੰ ਹੀ ਨਾਲ ਜੋੜਨ ਵਾਲਾ ਹੁੰਦਾ, ਜਿਵੇਂ ਆਪਣੇ ਮੰਜੀਆਂ ਸੀ ਨਾ। ਗੁਰੂ ਜਿਹੜਾ ਅਸਲੀ ਉਪਦੇਸ਼ ਸੀ ਗੁਰਿਆਈ, ਉਹਦੀ ਜ਼ਿੰਮੇਵਾਰੀ ਤਾਂ ਸੀਗੀ। ਜਿਵੇਂ ਗੁਰੂ ਅਮਰਦਾਸ ਦੀ ਜਾਂ ਗੁਰਦੇਵ ਜੀ, ਉਹ ਜਿਹੜੇ ਨਾਲ ਮੰਜੀਆਂ ਵਾਲੇ ਸੀ ਸਪੋਰਟਰ, ਉਹ ਜਿਹੜੀ ਗੱਲ ਸ਼ੰਕੇ ਸੀ ਬਾਹਰ ਲੋਕਾਂ ਦੇ, ਦੂਈ ਮੱਤ ਦੇ ਜਾਂ ਚਰਚਾ ਦੇ, ਜਿਹੜੇ ਲੋਕਾਂ ਨੂੰ ਮਤਲਬ ਘੱਟ ਉਪਦੇਸ਼ ਵਾਲਿਆਂ ਨੂੰ ਦੂਏ ਫਿਰ ਸ਼ੰਕੇ ਪਾਉਂਦੇ ਸੀ, ਉਹਨਾਂ ਦੇ ਜਵਾਬ ਦੇਣ ਵਾਲੇ ਸੀ ਬੰਦੇ ਸਿਆਣੇ ਹੁੰਦੇ ਸੀ, ਜਿਹੜੇ ਉਹਨਾਂ ਨੂੰ ਨਾਲ ਜੋੜੇ ਹੋਏ ਸੀ, ਤਾਂ ਕਿ ਗਾਹਾਂ ਤੇ ਗਾਹਾਂ ਸਿੱਖੀ ਫੈਲੇ। 2-4 ਗੱਲਾਂ ਜਿਹੜਾ ਸੁਣ ਕੇ ਜਾਂਦਾ ਉਹਨੂੰ ਦੂਜੇ ਲਾ ਵੀ ਸਕਦੇ ਨੇ। ਉਹ ਰੱਬ ਨੂੰ ਨਵਾਂ ਹੁੰਦਾ ਨਾ, ਥੋੜਾ ਗਿਆਨ ਹੁੰਦਾ ਹੋਰ ਸ਼ੰਕੇ ਪਾ ਕੇ। ਜਿਵੇਂ ਕਰਮ ਦਾ ਹੀ ਹੈ, ਕਰਮ ਦਾ ਸ਼ੰਕਾ ਇਹਦੇ ਛੇਤੀ ਨਹੀਂ ਲੈਂਦਾ ਹੈਗਾ। ਉਹ ਕਹਿੰਦਾ ਲੈ ਆ ਤੇਰੇ ਸਾਹਮਣੇ ਉਹਨੇ ਨੇ ਮਾਰਤਾ, ਹੁਣ ਦੱਸ ਤੈਨੂੰ ਜਾਂ ਦੀਦ ਹੈ ਇਹਨੇ ਮਾਰਿਆ, ਪਾਪੀ ਕਿਵੇਂ ਨਹੀਂ ਹੋਇਆ? ਕਹਿੰਦਾ ਗੱਲ ਤਾਂ ਠੀਕ ਹੈ। ਗੁਰਬਾਣੀ ਗੱਲ ਕੁਛ ਹੋਰ ਬੋਲਦੀ ਹੈ ਵੀ ਹੁਕਮ ਤੇ ਬਿਨਾਂ ਜੰਮਣਾ ਮਰਨਾ ਹੈ ਜੀ।
ਹੁਣ ਉਹ ਕਹਿੰਦੇ ਵੀ ਮੈਂ ਚਾਹੁੰਦਾ ਇਹਨੂੰ ਮਾਰਦਾ, ਕੀੜਾ ਤੁਰਿਆ ਜਾਂਦਾ, ਲੈ ਮੈਂ ਜੇ ਚਾਹਾਂ ਤਾਂ ਮਾਰ ਦੂੰਗਾ, ਨਹੀਂ ਚਾਹੁੰਦਾ ਨਹੀਂ ਮਾਰਦਾ। ਹੁਣ ਜਿਹੜਾ ਥੋੜੀ ਬੁੱਧੀ ਵਾਲਾ ਪਹਿਲਾਂ ਹੈ ਉਹਦੇ ਤੇ ਤਾਂ ਅਸਰ ਪਊਗਾ ਇਸ ਗੱਲ ਦਾ ਵੀ ਗੱਲ ਤਾਂ ਠੀਕ ਹੈ, ਇਹ ਠੀਕ ਕਹਿ ਰਿਹਾ, ਕਿਤੇ ਗੁਰੂ ਤਾਂ ਨਹੀਂ ਗਲਤ ਕਹਿ ਰਿਹਾ। ਇਹ ਡਾਮਾਡੋਲ ਹੋ ਜਾਂਦੇ ਸੀ। ਉਹ ਡਾਮਾਡੋਲ ਹੋਣ ਵਾਲਿਆਂ ਨੂੰ ਇੱਕ ਉਦੋਂ ਸੀਨੀਅਰ ਜਿਹੜੇ ਸੀ ਉਹ ਬੰਦਿਆਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਸਾਂਭੋ, ਡਾਮਾਡੋਲ ਹੋਣ ਤੇ ਸਮਝਾਓ। ਧਰਮ ਦੀ ਚਰਚਾ ਉਹ ਕਰਦੇ ਸੀਗਾ, ਉਹ ਜ਼ਿਆਦਾ ਮੰਜੀ ਵਾਲੇ ਲੋਕਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਫਿਰ ਗੁਰੂ ਘਰ ਲਿਆ ਕੇ ਫਿਰ ਉੱਥੇ ਉਹਦਾ ਪੱਕਾ ਉਹਨਾਂ ਨੂੰ ਨਾਲ ਜੋੜਦੇ ਸੀ।